ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁਛ ਲਿਖ ਵਿਚਾਰ। ਲਿਖ ਨਾ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਪਰਮ ਕਿਰਪਾਲੂ ਪਾਤਸ਼ਾਹ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਉਸ ਰਹਿਮਤ ਸਦਕਾ ਹੀ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਹੋ ਰਹੀ ਸਿਫਤ ਸਲਾਹ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਗੁਰੂ ਸਵਾਰਿਓ, ਜਿੱਥੇ ਬੜੇ ਪਿਆਰ ਬੜੇ ਅਦਬ ਦੇ ਨਾਲ ਧੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ, ਉੱਥੇ ਕੁਝ ਕੁ ਸਮਾਂ ਗੁਰਮਤ ਵਿਚਾਰਾਂ ਦੇ ਵਿੱਚ ਵੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ, ਆਪ ਸਰਬੱਤ ਜਾਣੂ ਹੋ ਕਿ ਨਵੰਬਰ ਮਹੀਨੇ ਦੀ 19 ਤਰੀਕ ਨੂੰ 19th of ਨਵੰਬਰ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਹੈ। ਸੋ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਜੋ ਆਸਾ ਰਾਗ ਦੇ ਵਿੱਚ ਸਤਿਗੁਰਾਂ ਨੇ ਸੁਭਾਇਮਾਨ ਕੀਤੀ ਹੈ, ਪੱਟੀ, ਉਸ ਪਾਵਨ ਬਾਣੀ ਦੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਆਓ ਉਸ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਹ ਸਾਨੂੰ ਪਤਾ ਹੋਵੇ ਕਿ ਸਤਿਗੁਰਾਂ ਨੇ ਉਹ ਬਾਣੀ ਕਦੋਂ ਅਤੇ ਕਿਸ ਪ੍ਰਥਾਏ ਉਚਾਰਨ ਕੀਤੀ। ਕਿਉਂਕਿ ਜੇਕਰ ਇਹ ਪਤਾ ਲੱਗ ਜਾਏ ਜਾਂ ਇਹ ਸਮਝ ਪੈ ਜਾਵੇ ਕਿ ਸਤਿਗੁਰਾਂ ਨੇ ਉਸ ਬਾਣੀ ਨੂੰ ਉਚਾਰਿਆ ਕਦੋਂ ਹੈ, ਤੇ ਅਗਾਂਹ ਉਸ ਬਾਣੀ ਨੂੰ ਸਮਝਣਾ ਥੋੜ੍ਹਾ ਹੋਰ ਈਜ਼ੀ ਹੋ ਜਾਂਦਾ ਹੈ। ਸੋ ਆਓ ਸਵਾਰਿਓ, ਆਪਾਂ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਸੀਸ ਝੁਕਾਉਂਦਿਆਂ ਹੋਇਆਂ ਗੁਰੂ ਚਰਨਾਂ ਦੇ ਵਿੱਚ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੁਹਾਨੂੰ ਬਹੁਤ ਬਾਣੀਆਂ ਮਿਲਣਗੀਆਂ। ਜਿਵੇਂ ਨਿਤਨੇਮ ਦੇ ਵਿੱਚ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ। ਸਿੱਧ ਗੋਸ਼ਟ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੜ੍ਹਦੇ ਹਾਂ। ਸੁਖਮਣੀ ਸਾਹਿਬ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪੜ੍ਹਦੇ ਹਾਂ।
ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਆਸਾ ਕੀ ਵਾਰ ਆਪਾਂ ਘਰਾਂ ਦੇ ਵਿੱਚ ਵੀ ਪੜ੍ਹਦੇ ਹੋਵਾਂਗੇ। ਸੋ ਇਹ ਸਾਰੀਆਂ ਲੰਬੇਰੀਆਂ ਬਾਣੀਆਂ ਨੇ, ਲੰਬੀਆਂ ਬਾਣੀਆਂ ਨੇ, ਜੋ ਗੁਰੂ ਸਾਹਿਬਾਂ ਨੇ ਟਾਈਮ ਬਾਏ ਟਾਈਮ ਉਚਾਰਨ ਕੀਤੀਆਂ ਨੇ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾਲਤਾ ਕਰਦਿਆਂ ਹੋਇਆਂ ਉਹਨਾਂ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ। ਜਿਸ ਤਰ੍ਹਾਂ ਇਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ, ਵੱਖ ਵੱਖ ਗੁਰੂ ਸਾਹਿਬਾਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ, ਉਸੇ ਤਰ੍ਹਾਂ ਇਹ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਜਿਸ ਦਾ ਹੈਡਿੰਗ ਹੈ ਪਟੀ। ਅਤੇ ਜੇਕਰ ਐਗਜ਼ੈਕਟ ਆਪਾਂ ਪੜ੍ਹ ਕੇ ਦੇਖੀਏ ਕਿ ਸਤਿਗੁਰਾਂ ਨੇ ਇਸ ਦਾ ਹੈਡਿੰਗ ਕਿਸ ਤਰੀਕੇ ਦੇ ਨਾਲ ਲਿਖਿਆ ਹੈ, ਅਤੇ ਸਟਾਰਟਿੰਗ ਹੋਏਗੀ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਰਾਗ ਆਸਾ ਮਹੱਲਾ ਪਹਿਲਾ ਪਟੀ ਲਿਖੀ। ਰਾਗ ਆਸਾ ਦਾ ਭਾਵ ਹੈ ਕਿ ਸਿੰਪਲ ਵਰਡਿੰਗ ਹੈ, ਸਮਝ ਪੈ ਰਹੀ ਹੈ ਕਿ ਆਸਾ ਰਾਗ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੋਈ ਹੈ। ਮਹੱਲਾ ਪਹਿਲਾ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਟੀ ਲਿਖੀ। ਬਾਣੀ ਦਾ ਨਾਮ ਕੀ ਹੈ? ਪਟੀ। ਅਤੇ ਖਿਆਲ ਕਰਿਓ, ਆਸਾ ਰਾਗ ਦੇ ਵਿੱਚ ਹੀ ਜਿੱਥੇ ਇਹ ਬਾਣੀ ਕੰਪਲੀਟ ਹੁੰਦੀ ਹੈ, ਜਿੱਥੇ ਇਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪਟੀ ਦੀ ਸਮਾਪਤੀ ਹੁੰਦੀ ਹੈ, ਉਹਦੇ ਤੁਰੰਤ ਬਾਅਦ ਹੀ ਇੱਕ ਹੋਰ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਉਹਦਾ ਨਾਮ ਵੀ ਹੈ ਪਟੀ। ਪਰ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਕਿ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਪਟੀ ਹੈ, ਉਹਦਾ ਹੈਡਿੰਗ ਸਿਰਫ ਪਟੀ ਲਿਖਿਆ ਹੋਇਆ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਇਹਦੇ ਹੈਡਿੰਗ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਟੀ ਲਿਖੀ। ਹੁਣ ਆਹ ਪਟੀ ਲਿਖੀ ਜਿਹੜਾ ਹੈਡਿੰਗ ਹੈ, ਇਹਦਾ ਉਸ ਪਟੀ ਦੇ ਨਾਲੋਂ ਥੋੜ੍ਹਾ ਫਰਕ ਹੈ। ਸਮਝਣ ਦੇ ਵਿੱਚ ਇਹ ਈਜ਼ੀ ਹੋ ਜਾਂਦਾ ਹੈ ਕਿ ਸਤਿਗੁਰਾਂ ਨੇ ਇਸ ਬਾਣੀ ਨੂੰ ਉਚਾਰਿਆ ਕਦੋਂ, ਕਿਉਂਕਿ ਇਸ ਬਾਣੀ ਦੇ ਉਚਾਰਨ ਦੇ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ। ਕਿਸੇ ਨੇ ਕੋਈ ਸਮਾਂ ਕਿਹਾ ਹੈ, ਕਿਸੇ ਨੇ ਕੋਈ ਸਮਾਂ ਕਿਹਾ ਹੈ। ਕਿਸੇ ਨੇ ਕਹਿ ਦਿੱਤਾ ਕਿ ਕਰਤਾਰਪੁਰ ਦੀ ਧਰਤੀ ਦੇ ਆਖਰੀ ਸਮੇਂ ਦੇ ਦੌਰਾਨ ਸਤਿਗੁਰਾਂ ਨੇ ਇਸ ਬਾਣੀ ਨੂੰ ਉਚਾਰਿਆ। ਪਰ ਜੇਕਰ ਥੋੜ੍ਹਾ ਡੀਪਲੀ ਜਾ ਕੇ ਦੇਖੀਏ, ਭਾਈ ਵੀਰ ਸਿੰਘ ਨੇ ਵੀ ਇਹ ਜ਼ਿਕਰ ਕੀਤਾ ਹੋਇਆ ਹੈ ਕਿ ਇਸ ਬਾਣੀ ਨੂੰ ਸਤਿਗੁਰਾਂ ਨੇ ਉਚਾਰਿਆ ਕਦੋਂ। ਅਤੇ ਉਹ ਇਸ ਪੱਖ ਦੀ ਗੱਲ ਕਰਦਿਆਂ ਹੋਇਆਂ, ਉਚਾਰਨ ਸੰਬੰਧੀ ਜ਼ਿਕਰ ਕਰਦਿਆਂ ਹੋਇਆਂ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜਦੋਂ 7 ਕੁ ਸਾਲਾਂ ਦੇ ਹੋਏ ਤਾਂ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੜ੍ਹਨ ਵਾਸਤੇ ਪਾਂਧੇ ਕੋਲ ਭੇਜਿਆ। ਪਾਂਧੇ ਕੋਲ ਲੈ ਕੇ ਗਏ ਨੇ ਗੁਰੂ ਨਾਨਕ ਸਾਹਿਬ ਨੂੰ ਪਿਤਾ ਕਾਲੂ ਜੀ। ਅਤੇ ਇੱਥੋਂ ਤੱਕ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ ਕਿ ਪਿਤਾ ਕਾਲੂ ਜੀ ਨੇ 5 ਰੁਪਏ, ਉਸ ਸਮੇਂ 5 ਰੁਪਏ ਪਾਂਧੇ ਨੂੰ ਦੇ ਕੇ ਕਿਹਾ ਕਿ ਪਾਂਧਾ ਜੀ ਤੁਸੀਂ ਮੇਰੇ ਪੁੱਤਰ ਨੂੰ ਵਿੱਦਿਆ ਦਿਓ, ਇਹਨਾਂ ਨੂੰ ਪੜ੍ਹਾਓ, ਇਹਨਾਂ ਨੂੰ ਹਿਸਾਬ ਕਿਤਾਬ ਸਿਖਾਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਸਹੀ ਢੰਗ ਦੇ ਨਾਲ ਬਤੀਤ ਹੋ ਸਕੇ, ਲੇਖਾ ਜੋਖਾ ਆਉਂਦਾ ਹੋਏਗਾ, ਅਤੇ ਜਿਹੜਾ ਕੰਮ ਮੈਂ ਕਰਦਾ ਪਿਆ ਵਾਂ ਉਸ ਕੰਮ ਨੂੰ ਸੰਭਾਲਣ ਦੇ ਇਹ ਲਾਇਕ ਹੋ ਜਾਏਗਾ। ਪਿਤਾ ਜੀ ਨੇ 5 ਰੁਪਏ ਪਾਂਧੇ ਨੂੰ ਦੇ ਕੇ, ਉਸ ਪਾਂਧੇ ਦਾ ਨਾਮ ਇਤਿਹਾਸ ਦੇ ਵਿੱਚ ਗੋਪਾਲ ਪਾਂਧਾ ਕਰਕੇ ਲਿਖਿਆ ਮਿਲਦਾ ਹੈ। ਪਾਂਧੇ ਨੂੰ 5 ਰੁਪਏ ਦਿੱਤੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੜ੍ਹਨ ਵਾਸਤੇ ਪਾਂਧੇ ਦੇ ਕੋਲ ਗੁਰੂ ਪਿਤਾ ਕਾਲੂ ਜੀ ਨੇ ਭੇਜ ਦਿੱਤਾ ਹੈ। ਹੁਣ ਜਦੋਂ ਪਾਂਧਾ ਜੀ ਗੁਰੂ ਨਾਨਕ ਸਾਹਿਬ ਨੂੰ ਜਾਂ ਬਾਕੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਅਤੇ ਲਿਖ ਕੇ, ਅੱਖਰ ਲਿਖ ਕੇ ਦੱਸਦੇ ਨੇ, ਅਤੇ ਬੜੀ ਜਲਦੀ, ਜਿੱਥੇ ਬਾਕੀ ਬੱਚੇ ਥੋੜ੍ਹਾ ਟਾਈਮ ਲੈਂਦੇ ਨੇ ਸਿੱਖਣ ਦੇ ਵਿੱਚ, ਗੁਰੂ ਨਾਨਕ ਸਾਹਿਬ ਬੜੀ ਜਲਦੀ ਉਹਨਾਂ ਅੱਖਰਾਂ ਨੂੰ ਸਿੱਖਦੇ ਨੇ। ਅਤੇ ਇੱਕ ਦਿਨ ਕੀ ਹੋਇਆ, ਕਹਿੰਦੇ ਪਾਂਧਾ ਜਿਹੜਾ ਹੈ ਨਾ ਉਹ ਵਿਦਿਆਰਥੀ ਸਾਹਮਣੇ ਬੈਠੇ ਹੋਏ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬੈਠੇ ਨੇ। ਪਾਂਧਾ ਉਡੀਕ ਰਿਹਾ ਹੈ ਕਿ ਗੁਰੂ ਨਾਨਕ ਕਦੋਂ ਉੱਠ ਕੇ ਮੇਰੇ ਕੋਲ ਆਵੇ ਅਤੇ ਆਪਣੀ ਪੱਟੀ ਦਿਖਾਏ ਜਿਸ ਦੇ ਉੱਤੇ ਉਹ ਕੁਝ ਲਿਖਦਾ ਪਿਆ, ਜਿਹੜਾ ਲੈਸਨ ਕਿਤੇ ਪਾਂਧੇ ਨੇ ਦਿੱਤਾ ਹੋਏਗਾ, ਜਿਹੜਾ ਪਾਠ ਦਿੱਤਾ ਹੋਏਗਾ ਲਿਖਣ ਵਾਸਤੇ, ਉਹਦੀ ਉਡੀਕ ਕਰਦਾ ਪਿਆ ਹੈ ਪਾਂਧਾ। ਬਾਕੀ ਸਟੂਡੈਂਟ ਜਿਹੜੇ ਨੇ ਉਹ ਆਪਣੀ ਆਪਣੀ ਫੱਟੀ ਲੈ ਕੇ ਪਾਂਧੇ ਕੋਲ ਪਹੁੰਚੇ ਨੇ, ਉਹਨਾਂ ਨੂੰ ਚੈੱਕ ਕਰਵਾਇਆ ਹੈ, ਗੁਰੂ ਨਾਨਕ ਸਾਹਿਬ ਦੀ ਵੇਟ ਕਰਦਾ ਪਿਆ ਹੈ। ਅਤੇ ਜਦੋਂ ਨਹੀਂ ਨਾ ਕੁਝ ਸਮਾਂ ਆਏ ਅਤੇ ਫਿਰ ਪਾਂਧੇ ਨੇ ਆਪ ਆਵਾਜ਼ ਮਾਰੀ ਹੈ। ਖਿਆਲ ਰਹੇ ਸਾਧ ਸੰਗਤ, ਜਦੋਂ ਤੁਸੀਂ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਸ਼੍ਰੀ ਗੁਰੂ ਨਾਨਕ ਚਮਤਕਾਰ ਪੜ੍ਹੋਗੇ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਪੰਡਿਤ ਹਰਦਿਆਲ ਜਿਹੜੇ ਕਿ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ ਬਾਅਦ ਉਹਨਾਂ ਦਾ ਨਾਮ ਰੱਖਣ ਦੇ ਲਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਾਂਦੇ ਨੇ, ਪਿਤਾ ਕਾਲੂ ਦੇ ਸੱਦੇ 'ਤੇ, ਇਨਵੀਟੇਸ਼ਨ 'ਤੇ। ਉਹ ਪੰਡਿਤ ਹਰਦਿਆਲ ਜਿਹੜੇ ਨੇ ਨਾ, ਸਵੇਰ ਦਾ ਸਮਾਂ ਜਦੋਂ ਦਿਨ ਚੜ੍ਹਦਾ ਪਿਆ ਹੈ, ਸੂਰਜ ਨਿਕਲਦਾ ਪਿਆ ਹੈ, ਤੇ ਉਹ ਬੈਠੇ ਹੋਏ ਨੇ, ਮਾਲਕ ਦੀ ਯਾਦ ਵਿੱਚ ਜੁੜੇ ਹੋਏ ਨੇ, ਸਮਾਧੀ ਵਿੱਚ ਲੀਨ ਨੇ, ਤੇ ਉਹਨਾਂ ਦੇ ਕੰਨਾਂ ਦੇ ਵਿੱਚ ਧੰਨ ਨਿਰੰਕਾਰ ਦੀ ਆਵਾਜ਼ ਪੈਂਦੀ ਪਈ ਹੈ। ਤੇ ਜਿੱਥੇ ਧੰਨ ਨਿਰੰਕਾਰ ਦੀ ਆਵਾਜ਼ ਪੈ ਰਹੀ ਹੈ, ਉੱਥੇ ਉਹ ਮਹਿਸੂਸ ਕਰਦੇ ਪਏ ਨੇ ਕਿ ਸੰਸਾਰ ਦੇ ਹਾਲਾਤ ਬੜੇ ਮਾੜੇ ਹੋਏ ਪਏ ਨੇ। ਆਮ ਲੋਕਾਂ ਦਾ ਹਾਲ ਜਿਹੜਾ ਹੈ ਬੜਾ ਬੁਰਾ ਹੋਇਆ ਪਿਆ ਹੈ। ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ, ਉਹਨਾਂ ਦੀ ਕਮਾਈ ਨੂੰ, ਉਹਨਾਂ ਦੇ ਹੱਕ ਨੂੰ ਲੁੱਟਿਆ ਜਾ ਰਿਹਾ ਹੈ। ਐਸੀ ਤਰਸਯੋਗ ਹਾਲਤ ਦੀ ਉਹ ਚਿੰਤਾ ਪਏ ਕਰਦੇ ਨੇ। ਇੱਕ ਪਾਸੇ ਇਹ ਚਿੰਤਾ ਚੱਲਦੀ ਪਈ ਹੈ, ਦੂਜੇ ਪਾਸੇ ਉਹ ਧੰਨ ਨਿਰੰਕਾਰ ਦੀ ਇੱਕ ਧੁਨ, ਇੱਕ ਸਾਊਂਡ ਜਿਹੜੀ ਹੈ ਉਹਨਾਂ ਦੇ ਕੰਨਾਂ ਦੇ ਵਿੱਚ ਸੁਣਾਈ ਉਹਨਾਂ ਨੂੰ ਦੇ ਰਹੀ ਹੈ। ਇੰਨੇ ਸਮੇਂ ਦੇ ਵਿੱਚ ਹੀ ਇਹ ਪਾਂਧਾ ਗੋਪਾਲ ਜੀ ਤੇ ਇੱਕ ਫਾਰਸੀ ਦੇ ਉਸ ਟਾਈਮ ਦੇ ਵਿਦਵਾਨ ਜਿਹੜੇ ਨੇ ਪੰਡਿਤ ਬ੍ਰਿਜਨਾਥ ਜੀ, ਉਹ ਵੀ ਉੱਥੇ ਪਹੁੰਚਦੇ ਨੇ, ਤੇ ਇਹਨਾਂ ਤਿੰਨਾਂ ਦੇ ਵਿਚਕਾਰ ਗੱਲਬਾਤ ਹੁੰਦੀ ਹੈ। ਗੱਲਬਾਤ ਸੇਮ ਟੌਪਿਕ ਹੈ ਕਿ ਸੰਸਾਰ ਦੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਹੋ ਚੁੱਕੀ ਹੈ। ਜਿਹੜੇ ਰਾਜੇ ਨੇ, ਜਿਨ੍ਹਾਂ ਦਾ ਕੰਮ ਹੈ ਕਿ ਆਮ ਲੋਕਾਂ ਦੀ, ਆਮ ਪ੍ਰਜਾ ਦੀ ਰਖਵਾਲੀ ਕਰਨੀ, ਉਹਨਾਂ ਨੂੰ ਸੁੱਖ ਸਹੂਲਤਾਂ ਦੇਣੀਆਂ, ਉਹੀ ਉਹਨਾਂ ਨੂੰ ਤੰਗ ਪਏ ਕਰਦੇ ਨੇ। ਇਹ ਵਿਚਾਰਾਂ ਚੱਲਦੀਆਂ ਪਈਆਂ ਨੇ, ਤੇ ਇਹਨਾਂ ਵਿਚਾਰਾਂ ਦੇ ਚੱਲਦਿਆਂ ਹੀ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਇਹ ਇੱਕ ਮਾਲਕ ਦੇ ਅੱਗੇ ਕੰਪਲੇਨ ਕਹਿ ਲਈਏ, ਜਾਂ ਉਹਦੇ ਅੱਗੇ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਹੇ ਮਾਲਕ, ਕਿਰਪਾ ਕਰ, ਤੂੰ ਇਸ ਦੁਨੀਆ ਦੇ ਵਿੱਚ ਕੋਈ ਐਸਾ ਭੇਜ ਜਿਹੜਾ ਸੰਸਾਰ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰ ਸਕੇ। ਤੇ ਉੱਥੇ ਪੰਡਿਤ ਹਰਦਿਆਲ ਜੀ ਫਿਰ ਇਹਨਾਂ ਗੋਪਾਲ ਪੰਡਿਤ ਜੀ ਨੂੰ ਤੇ ਪੰਡਿਤ ਬ੍ਰਿਜਨਾਥ ਨੂੰ ਸਮਝਾਉਂਦੇ ਨੇ ਕਿ ਜਿਸ ਦੀ ਅਸੀਂ ਉਡੀਕ ਪਏ ਕਰਦੇ ਹਾਂ, ਜਿਸ ਦੇ ਵਾਸਤੇ ਆਪਾਂ ਅਰਦਾਸ ਪਏ ਕਰਦੇ ਹਾਂ ਕਿ ਕੋਈ ਐਸਾ ਆਵੇ ਜਿਹੜਾ ਸਾਡੇ ਦੁੱਖਾਂ ਨੂੰ ਦੂਰ ਕਰ ਦੇਵੇ, ਦੁੱਖਾਂ ਦਾ ਨਾਸ਼ ਕਰ ਦੇਵੇ, ਜੀਵਨ ਦੇ ਵਿੱਚ ਸੁੱਖ ਲੈ ਕੇ ਆ ਜਾਏ, ਉਹ ਇਸ ਦੁਨੀਆ ਦੇ ਵਿੱਚ ਆ ਚੁੱਕਾ ਹੈ। ਦੋਨੋਂ ਪੰਡਿਤ ਬੜੇ ਹੈਰਾਨ ਹੋਏ ਕਿ ਐਸਾ ਕੌਣ ਹੈ ਜਿਹੜਾ ਆ ਚੁੱਕਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਅਜੇ ਤੱਕ। ਫਿਰ ਪੰਡਿਤ ਹਰਦਿਆਲ ਜੀ ਉਹਨਾਂ ਨੂੰ ਡਿਟੇਲ ਦੇ ਨਾਲ ਸਮਝਾਉਂਦੇ ਨੇ ਕਿ ਭਾਈ, ਮਹਿਤਾ ਕਲਿਆਣ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ, ਤੇ ਜਦੋਂ ਉਹਦਾ ਜਨਮ ਹੋਇਆ, ਮੈਂ ਸੁਣਿਆ ਹੈ ਕਿ ਉਹ ਜਨਮ ਲੈਂਦਿਆਂ ਹੀ ਮੁਸਕਰਾਇਆ। ਬੱਚੇ ਰੋਂਦੇ ਨੇ ਪਰ ਉਹ ਮੁਸਕਰਾਇਆ, ਉਹ ਹੱਸ ਕੇ ਮਿਲਿਆ ਹੈ। ਇਹ ਕੁਝ ਨਿਸ਼ਾਨੀਆਂ ਹੋਇਆ ਕਰਦੀਆਂ ਨੇ ਉੱਤਮ ਪੁਰਖਾਂ ਦੀਆਂ ਜਾਂ ਦੈਵੀ ਪੁਰਖਾਂ ਦੀਆਂ, ਜਿਹੜੇ ਇਸ ਸੰਸਾਰ ਦੇ ਵਿੱਚ ਲੋਕਾਂ ਦੇ ਦੁੱਖ ਹਰਨ ਜਾਂ ਉਹਨਾਂ ਦਾ ਉਧਾਰ ਕਰਨ ਵਾਸਤੇ ਆਉਂਦੇ ਨੇ। ਪੰਡਿਤ ਹਰਦਿਆਲ ਜਿਹੜੇ ਨੇ ਉਹ ਸਾਰੇ ਸਾਇੰਸ ਜਾਂ ਸਾਰੇ ਲੱਛਣ ਦੱਸਦਾ ਪਿਆ ਇਹਨਾਂ ਦੋਨਾਂ ਪੰਡਤਾਂ ਨੂੰ, ਤੇ ਨਾਲ ਨਾਲ ਗੱਲ ਕਹਿ ਰਿਹਾ ਹੈ ਕਿ ਭਾਈ, ਉਹ ਸਾਡੇ ਸਾਰੇ ਸੰਸਾਰ ਦੇ ਜਿਹੜੇ ਜੀਵ ਨੇ, ਦੁਖੀ ਨੇ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਕੇ ਇੱਕ ਮਾਲਕ ਦੇ ਨਾਲ ਜੋੜੇਗਾ, ਉਹ ਰੱਬੀ ਰੂਹ ਹੈ। ਤੇ ਪਾਂਧਾ ਜੀ ਇੱਥੇ ਪੰਡਿਤ ਹਰਦਿਆਲ ਨੂੰ ਕਹਿੰਦੇ ਨੇ, ਕਹਿੰਦੇ ਹਰਦਿਆਲ ਜੀ, ਕਾਲੂ ਮੇਰੇ ਕੋਲ ਆਪਣੇ ਪੁੱਤਰ ਨੂੰ ਪੜ੍ਹਾਉਣ ਵਾਸਤੇ ਲੈ ਕੇ ਆਇਆ, ਪਰ ਮੈਂ ਐਸੀ ਕੋਈ ਗੱਲ ਨੋਟ ਨਹੀਂ ਕੀਤੀ, ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਜਿਵੇਂ ਬਾਕੀ ਸਟੂਡੈਂਟ, ਬਾਕੀ ਵਿਦਿਆਰਥੀ ਮੇਰੇ ਕੋਲ ਪੜ੍ਹਨ ਵਾਸਤੇ ਆਉਂਦੇ ਨੇ, ਇਸ ਨੂੰ ਵੀ ਮੈਂ ਉਹਨਾਂ ਵਰਗਾ ਹੀ ਸਮਝਿਆ ਹੈ। ਪਰ ਹਾਂ, ਜੇਕਰ ਹੁਣ ਤੁਸੀਂ ਇਹ ਗੱਲ ਕਹਿੰਦੇ ਪਏ ਹੋ ਤੇ ਮੈਂ ਜ਼ਰੂਰ ਧਿਆਨ ਦੇਵਾਂਗਾ। ਗੱਲਾਂ ਖਤਮ ਹੋਈਆਂ। ਪਾਂਧਾ ਗੋਪਾਲ ਜੀ ਆਪਣੇ ਮਦਰਸੇ ਦੇ ਵਿੱਚ ਚਲੇ ਜਾਂਦੇ ਨੇ, ਜਾਂ ਜਿੱਥੇ ਉਹ ਕਲਾਸ ਲੈਂਦੇ ਨੇ, ਵਿਦਿਆਰਥੀ ਨੂੰ ਪੜ੍ਹਾਉਂਦੇ ਨੇ, ਉੱਥੇ ਜਾਂਦੇ ਨੇ। ਤੇ ਹੁਣ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਬੈਠੇ ਹੋਏ ਨੇ। ਬਾਕੀ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਜੋ ਕੰਮ ਦਿੱਤਾ, ਜੋ ਫੱਟੀ ਤੇ ਲਿਖਣ ਵਾਸਤੇ ਪਾਂਧਾ ਗੋਪਾਲ ਜੀ ਨੇ ਕਿਹਾ, ਉਹ ਉਹਨਾਂ ਨੇ ਲਿਖ ਕੇ ਚੈੱਕ ਕਰਵਾ ਦਿੱਤਾ ਹੈ। ਪਰ ਗੁਰੂ ਨਾਨਕ ਸਾਹਿਬ ਅਜੇ ਉੱਥੇ ਹੀ ਬੈਠੇ ਹੋਏ ਨੇ। ਤੇ ਹੁਣ ਪਾਂਧਾ ਗੋਪਾਲ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਵਾਜ਼ ਮਾਰੀ ਹੈ, ਤੇ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ। ਉੱਥੇ ਪਹੁੰਚਦੇ ਨੇ ਤੇ ਉਹ ਜੋ ਫੱਟੀ ਤੇ ਲਿਖਿਆ ਹੈ, ਜੋ ਲਿਖਦੇ ਪਏ ਸੀ, ਉਹ ਲਿਖਿਆ ਹੋਇਆ ਗੋਪਾਲ ਪਾਂਧੇ ਜੀ ਨੂੰ ਗੁਰੂ ਨਾਨਕ ਸਾਹਿਬ ਦਿਖਾਉਂਦੇ ਨੇ। ਤੇ ਜਦੋਂ ਉਹ ਫੱਟੀ ਗੋਪਾਲ ਜੀ ਨੇ ਚੈੱਕ ਕੀਤੀ, ਦੇਖੀ, ਪੜ੍ਹ ਕੇ ਦੇਖੀ, ਤਾਂ ਉਹ ਹੈਰਾਨ ਰਹਿ ਗਿਆ। ਹੈਰਾਨਗੀ ਇਸ ਗੱਲ ਦੀ ਕਿ ਜਿਹੜਾ ਲੇਖਾ ਜਾਂ ਜਿਹੜਾ ਸਬਕ ਜਾਂ ਜਿਹੜਾ ਲੈਸਨ ਅੱਜ ਤੱਕ ਗੋਪਾਲ ਜੀ ਨੇ, ਪਾਂਧਾ ਗੋਪਾਲ ਜੀ ਨੇ ਪੜ੍ਹਾਇਆ ਤੱਕ ਨਹੀਂ, ਉਹ ਗੁਰੂ ਨਾਨਕ ਸਾਹਿਬ ਨੇ ਫੱਟੀ ਦੇ ਉੱਤੇ ਲਿਖਿਆ ਹੋਇਆ ਹੈ। ਤੇ ਜਦੋਂ ਉਹ ਪਾਂਧਾ ਗੋਪਾਲ ਜੀ ਨੇ ਪੜ੍ਹਿਆ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਨਾਨਕ, ਤੂੰ ਇਹ ਕੀ ਲਿਖਿਆ ਹੈ? ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗੋਪਾਲ ਜੀ, ਪਾਂਧਾ ਗੋਪਾਲ ਜੀ ਨੂੰ ਸਮਝਾਉਂਦੇ ਨੇ। ਕਹਿੰਦੇ, ਪਾਂਧਾ ਜੀ, ਇਸ ਦੁਨੀਆ ਦੇ ਵਿੱਚ ਠੀਕ ਹੈ ਕਿ ਸੰਸਾਰਿਕ ਵਿੱਦਿਆ ਦੀ ਜ਼ਰੂਰਤ ਹੈ,
ਸੰਸਾਰਿਕ ਗਿਆਨ ਦੀ ਜ਼ਰੂਰਤ ਹੈ, ਜਿਹਦੇ ਨਾਲ ਸੰਸਾਰਿਕ ਜੀਵਨ ਜਿਹੜਾ ਹੈ ਉਹ ਸੁਖਾਲਾ ਹੋਏਗਾ। ਪਰ ਖਿਆਲ ਕਰਿਓ, ਕੱਲੇ ਇਸ ਸੰਸਾਰਿਕ ਲੇਖੇ ਜੋਖੇ ਦੇ ਨਾਲ ਜਾਂ ਕੱਲੇ ਸੰਸਾਰਿਕ ਗਿਆਨ ਦੇ ਨਾਲ, ਨੌਲੇਜ ਦੇ ਨਾਲ ਹੀ ਜੀਵਨ ਸਫਲ ਹੋਣ ਵਾਲਾ ਨਹੀਂ। ਜੇਕਰ ਆਪਣੇ ਇਸ ਜੀਵਨ ਨੂੰ ਸਫਲ ਬਣਾਉਣਾ ਹੈ ਤੇ ਉੱਥੇ ਸੰਸਾਰਿਕ ਗਿਆਨ ਦੇ ਨਾਲ ਨਾਲ ਉਸ ਮਾਲਕ ਦੇ ਗਿਆਨ ਦਾ ਵੀ ਜੀਵਨ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਤੇ ਉੱਥੇ ਜੋ ਉਹਨਾਂ ਨੇ ਲਿਖਿਆ ਫੱਟੀ ਦੇ ਉੱਤੇ, ਉਹ ਪੰਡਿਤ ਜੀ ਨੇ, ਗੋਪਾਲ ਪਾਂਧਾ ਜੀ ਨੇ ਪੜ੍ਹਿਆ। ਲਿਖਿਆ ਕੀ ਸੀ ਕਿ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ, ਤਿਨ ਕਾ ਸਫਲ ਭਇਆ, ਮਨ ਕਾਹੇ ਭੂਲੇ ਮੂੜ ਮਣਾ, ਜਬ ਲੇਖਾ ਦੇਵੈ ਵੀਰਾ ਤਉ ਪੜਿਆ। ਇਹਦਾ ਭਾਵ ਕਿ ਪੰਡਿਤ ਜੀ ਉਸ ਮਾਲਕ ਦੀ ਦਰਗਾਹ ਦੇ ਵਿੱਚੋਂ ਜਦੋਂ ਆਪਣਾ ਲੇਖਾ ਕੰਪਲੀਟ ਕਰਕੇ ਅਸੀਂ ਸਫਲ ਹੋ ਗਏ, ਪਾਸ ਹੋ ਗਏ ਨਾ, ਉਦੋਂ ਉਹ ਇਨਸਾਨ ਗਿਣਿਆ ਜਾਏਗਾ ਕਿ ਉਹ ਪੜ੍ਹਿਆ ਲਿਖਿਆ ਹੈ। ਪਰ ਜੇਕਰ ਉਸ ਲੇਖੇ ਦੇ ਵਿੱਚ ਫੇਲ ਹੋ ਗਿਆ ਤੇ ਇਹ ਸੰਸਾਰਿਕ ਗਿਆਨ ਜਿਹੜਾ ਇਕੱਠਾ ਕੀਤਾ ਹੋਇਆ ਨਾ, ਇਹਦੀ ਕੋਈ ਵੈਲਿਊ ਨਹੀਂ ਰਹਿ ਜਾਣੀ। ਇਸ ਸੰਸਾਰ ਦੇ ਗਿਆਨ ਨੇ ਸਾਨੂੰ ਉਸ ਮਾਲਕ ਦੀ ਦਰਗਾਹ ਦੇ ਵਿੱਚ ਸੁਰਖਰੂ ਨਹੀਂ ਕਰਨਾ। ਉਹਦੇ ਲਈ ਆਤਮਿਕ ਗਿਆਨ ਦੀ ਜ਼ਰੂਰਤ ਹੈ। ਤੇ ਸਾਧ ਸੰਗਤ ਜਦੋਂ ਫਿਰ ਸਤਿਗੁਰਾਂ ਨੇ ਉੱਥੇ ਪੰਡਿਤ ਨੂੰ ਉਪਦੇਸ਼ ਦਿੱਤਾ ਨਾ, ਉਹ ਦਿੱਤਾ ਹੋਇਆ ਉਪਦੇਸ਼ ਹੀ ਪੱਟੀ ਬਾਣੀ ਹੈ। ਤੇ ਇਹਦਾ ਹੈਡਿੰਗ ਵੀ ਕਲੀਅਰ ਪਿਆ ਕਰਦਾ ਹੈ ਕਿ ਜਿੱਥੇ ਸਤਿਗੁਰਾਂ ਨੇ ਪੱਟੀ ਲਿਖਿਆ ਹੈ ਉਹਦੇ ਨਾਲ ਪੱਟੀ ਲਿਖੀ ਲਫ਼ਜ਼ ਇੱਕ ਵਰਡ ਜਿਹੜਾ ਹੈ ਉਹ ਜੋੜ ਦਿੱਤਾ। ਇਹਦਾ ਭਾਵ ਹੈ ਕਿ ਜਿਹੜੀ ਫੱਟੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਲਿਖ ਕੇ ਗੋਪਾਲ ਪਾਂਧਾ ਜੀ ਨੂੰ ਉਪਦੇਸ਼ ਦਿੱਤਾ, ਉਸ ਬਾਣੀ ਦਾ ਨਾਮ ਪੱਟੀ ਲਿਖੀ ਹੈ। ਸੋ ਇਹਦਾ ਭਾਵ ਸਿੰਪਲ ਜਿਹਾ ਮੀਨਿੰਗ ਇਹ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਨੂੰ ਪੰਡਿਤ ਗੋਪਾਲ ਦੇ ਸਮੇਂ ਜਦੋਂ ਉਹਨਾਂ ਦੇ ਕੋਲ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ, ਉਸ ਸਮੇਂ ਗੁਰੂ ਨਾਨਕ ਸਾਹਿਬ ਇਸ ਬਾਣੀ ਨੂੰ ਉਚਾਰਦੇ ਨੇ। ਤੇ ਹੁਣ ਜਦੋਂ ਉੱਥੇ ਉਪਦੇਸ਼ ਪਏ ਦਿੰਦੇ ਨੇ ਤੇ ਸਾਧ ਸੰਗਤ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਹੀ ਬਚਨ ਹੈ ਸ੍ਰੀ ਰਾਗ ਦੇ ਵਿੱਚ। ਉਸ ਸ੍ਰੀ ਰਾਗ ਦੇ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਪੰਡਿਤ ਨੂੰ ਇਹੀ ਗੱਲ ਸਮਝਾਈ ਹੈ। ਕੀ ਕਹਿੰਦੇ ਨੇ ਉਹਦੇ ਵਿੱਚ? ਸਤਿਗੁਰੂ ਜੀ ਕਹਿੰਦੇ, ਪੰਡਿਤ ਜੀ ਦੇਖੋ, ਇਹ ਸੰਸਾਰ ਦਾ ਗਿਆਨ ਤੁਹਾਨੂੰ ਸੰਸਾਰ ਦੇ ਵਿੱਚ ਸਫਲਤਾ ਦਿਵਾ ਸਕਦਾ ਹੈ। ਤੁਹਾਡਾ ਦੁਨਿਆਵੀ ਜੀਵਨ ਜਿਹੜਾ ਹੈ ਨਾ ਉਹ ਸੌਖਾ ਹੋ ਜਾਏਗਾ, 4 ਪੈਸੇ ਤੁਸੀਂ ਕਮਾਉਣੇ ਸ਼ੁਰੂ ਕਰ ਦਿਓਗੇ। ਪਰ ਧਿਆਨ ਦਿਓ, ਕੱਲੇ ਇਸ ਪੈਸਿਆਂ ਦੇ ਨਾਲ ਜਾਂ ਇਸ ਗਿਆਨ ਦੇ ਨਾਲ ਗੱਲ ਨਹੀਂ ਜੇ ਬਣਨ ਵਾਲੀ। ਉਹਦੇ ਲਈ ਤੁਹਾਨੂੰ ਆਤਮਿਕ ਗਿਆਨ ਜ਼ਰੂਰੀ ਹੈ, ਜਿਸ ਲੇਖੇ ਦੇ ਵਿੱਚੋਂ ਤੁਸੀਂ ਸਫਲ ਹੋ ਕੇ ਮਾਲਕ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਣਾ ਹੈ। ਤੇ ਉਹਦੇ ਵਾਸਤੇ ਕੀ ਕਰਨਾ ਪਏਗਾ? ਉੱਥੇ ਗੁਰੂ ਨਾਨਕ ਸਾਹਿਬ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਕਹਿੰਦੇ ਇਹ ਲੇਖਾ ਲਿਖਣਾ ਆਉਣਾ ਚਾਹੀਦਾ ਹੈ। ਇਸ ਲੇਖੇ ਦੇ ਨਾਲ ਹੀ ਜੀਵਨ ਸਫਲ ਹੋਏਗਾ। ਜਾਲ ਮੋਹ, ਮੋਹ ਦਾ ਭਾਵ ਹੈ ਜੀ ਅਟੈਚਮੈਂਟ। ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਕਿ ਜਿਹੜੀ ਅਟੈਚਮੈਂਟ ਦੁਨਿਆਵੀ ਪਦਾਰਥਾਂ ਦੇ ਨਾਲ, ਦੁਨਿਆਵੀ ਮਾਇਆ ਦੇ ਨਾਲ ਜਿਹੜਾ ਤੂੰ ਇੰਨਾ ਅਟੈਚ ਹੋਇਆ ਪਿਆ, ਇੰਨਾ ਮੋਹ ਦੇ ਵਿੱਚ ਫਸਿਆ ਪਿਆ ਹੈ ਨਾ, ਇਸ ਮੋਹ ਨੂੰ ਸਾੜ ਦੇ। ਇਸ ਮੋਹ ਨੂੰ ਸਾੜ ਦੇ। ਸਾੜਨ ਦਾ ਭਾਵ ਇੱਥੇ ਹੈ ਕਿ ਉਸ ਮੋਹ ਦਾ ਤਿਆਗ ਕਰ ਦੇ, ਉਸ ਮੋਹ ਦੇ ਨਾਲੋਂ ਡਿਟੈਚ ਹੋ ਜਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਹੁਣ ਜਿਹੜਾ ਮੋਹ ਸਾੜ ਦਿੱਤਾ ਹੈ ਨਾ, ਉਸ ਸਾੜੇ ਹੋਏ ਮੋਹ ਦੀ ਤੂੰ ਮਸ ਕਰ। ਮਸ ਕਰ ਦਾ ਮਤਲਬ, ਮਸ ਕਹਿੰਦੇ ਨੇ ਜੀ ਇੰਕ ਨੂੰ, ਸਿਆਹੀ। ਕਹਿੰਦੇ ਮੋਹ ਨੂੰ ਸਾੜ ਕੇ ਤੂੰ ਸਿਆਹੀ ਤਿਆਰ ਕਰ ਲਾ। ਮਤ ਕਾਗਦ, ਮਤ ਦਾ ਮਤਲਬ ਹੈ ਜੀ ਅਕਲ। ਆਪਣੀ ਅਕਲ ਨੂੰ, ਆਪਣੀ ਮਤ ਨੂੰ ਇੱਕ ਕਾਗਜ਼ ਬਣਾ ਲਾ, ਇੱਕ ਪੇਪਰ ਬਣਾ ਲਾ। ਮਤ ਕਾਗਦ ਕਰ ਸਾਰ, ਭਾਉ ਕਲਮ ਕਰ। ਭਾਉ ਕਲਮ, ਭਾਉ ਦਾ ਮਤਲਬ ਹੈ ਪਿਆਰ, ਤੇ ਪਿਆਰ ਦੀ ਕਹਿੰਦੇ ਤੇਰੇ ਕੋਲ ਕਲਮ ਹੋਵੇ, ਪੈਨ ਹੋਵੇ। ਚਿੱਤ ਲਿਖਾਰੀ, ਲਿਖਣ ਵਾਸਤੇ ਆਪਣੇ ਮਨ ਨੂੰ ਯੂਜ਼ ਕਰ। ਜਿਸ ਤਰ੍ਹਾਂ ਹੱਥ ਵਿੱਚ ਪੈਨ ਪਕੜ ਕੇ ਆਪਾਂ ਕਾਗਜ਼ ਦੇ ਉੱਤੇ ਲਿਖਣਾ ਸ਼ੁਰੂ ਕਰਦੇ ਹਾਂ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਪਏ ਨੇ ਕਿ ਮੋਹ ਨੂੰ ਸਾੜ ਕੇ ਤੂੰ ਉਹਦੀ ਸਿਆਹੀ ਤਿਆਰ ਕਰ। ਆਪਣੀ ਮਤ ਨੂੰ ਤੂੰ ਐਜ਼ ਪੇਪਰ ਯੂਜ਼ ਕਰ। ਪਿਆਰ ਦੀ ਤੇਰੇ ਕੋਲ ਕਲਮ ਹੋਵੇ, ਪਿਆਰ ਦਾ ਤੇਰੇ ਕੋਲ ਪੈਨ ਹੋਵੇ, ਤੇ ਲਿਖਣ ਵਾਸਤੇ ਮਨ, ਚਿੱਤ ਲਿਖਾਰੀ। ਹੁਣ ਲਿਖਣਾ ਕੀ ਹੈ? ਲਿਖਣ ਦੇ ਲਈ ਕੀ ਚਾਹੀਦਾ ਹੈ? ਕਿਸ ਤਰ੍ਹਾਂ ਦਾ ਲਿਖਿਆ ਜਾਏ? ਗੁਰੂ ਨਾਨਕ ਸਾਹਿਬ ਕਹਿੰਦੇ, ਪਾਂਧਾ ਜੀ, ਇਹ ਸੰਸਾਰ ਦਾ ਲੇਖਾ ਜੋਖਾ ਨਹੀਂ। ਜੇ ਆਤਮਿਕ ਜੀਵਨ ਦਾ ਲੇਖਾ ਜੋਖਾ ਲਿਖਣਾ ਹੈ ਤੇ ਉਹਦੇ ਵਾਸਤੇ ਤੁਹਾਨੂੰ ਕਿਸੇ ਦੇ ਕੋਲੋਂ ਪੁੱਛਣਾ ਪਏਗਾ। ਪੁੱਛਣਾ ਕਿਹਦੇ ਕੋਲੋਂ ਹੈ? ਕਹਿੰਦੇ ਗੁਰ ਪੁੱਛ ਲਿਖ ਵਿਚਾਰ।
ਗੁਰੂ ਦੇ ਕੋਲ ਆ, ਗੁਰੂ ਦੇ ਕੋਲੋਂ ਪੁੱਛ ਕਿ ਇਹ ਲੇਖਾ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ। ਫਿਰ ਗੁਰੂ ਤੁਹਾਨੂੰ ਸਮਝਾਏਗਾ ਕਿ ਆਤਮਿਕ ਜੀਵਨ ਦਾ ਲੇਖਾ ਕੀ ਲਿਖਣਾ ਹੈ, ਕਿਵੇਂ ਲਿਖਣਾ ਹੈ। ਜਦੋਂ ਗੁਰੂ ਦੇ ਕੋਲੋਂ ਮੱਤ ਮਿਲੇਗੀ, ਅਕਲ ਮਿਲੇਗੀ, ਉਹ ਲਿਖਿਆ ਹੋਇਆ ਜਿਹੜਾ ਲੇਖਾ ਹੈ ਨਾ, ਉਸ ਲੇਖੇ ਨੇ ਤੁਹਾਨੂੰ ਸਫਲ ਕਰਨਾ ਹੈ। ਅਗਲੇ ਬਚਨ ਪੜ੍ਹੋ, ਕਹਿੰਦੇ ਨੇ ਲਿਖ ਨਾਮ ਸਾਲਾ ਲਿਖ, ਲਿਖ ਅੰਤ ਨਾ ਪਾਰਾਵਾਰ। ਗੁਰੂ ਕੀ ਕਹੇਗਾ ਕਿ ਤੂੰ ਉਸ ਪਰਮਾਤਮਾ ਦੀ, ਉਸ ਮਾਲਕ ਦੀ ਸਿਫਤ ਸਲਾਹ ਕਰ, ਉਸ ਪਰਮਾਤਮਾ ਦੇ ਨਾਮ ਨੂੰ ਆਪਣੀ ਮੱਤ ਦੇ ਵਿੱਚ ਲਿਖ, ਆਪਣੇ ਮੱਤ ਰੂਪੀ ਕਾਗਜ਼ ਦੇ ਉੱਤੇ ਲਿਖ, ਆਪਣੇ ਹਿਰਦੇ ਵਿੱਚ ਉਸ ਮਾਲਕ ਦੀ ਯਾਦ ਨੂੰ ਵਸਾ। ਤੇ ਜਦੋਂ ਤੂੰ ਉਸ ਮਾਲਕ ਦੀ ਯਾਦ ਨੂੰ, ਉਹਦੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਲਿਖ ਲਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਬਾ ਇਹ ਲੇਖਾ ਲਿਖ ਜਾਣ। ਜਦੋਂ ਇਹ ਲੇਖਾ ਲਿਖਣਾ ਤੈਨੂੰ ਆ ਗਿਆ, ਫਿਰ ਕੀ ਹੋਏਗਾ? ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਕਹਿੰਦੇ ਫਿਰ ਜਦੋਂ ਤੇਰੇ ਕੋਲ ਹਿਸਾਬ ਮੰਗਿਆ ਜਾਏਗਾ ਨਾ, ਉਸ ਹਿਸਾਬ ਮੰਗਣ ਦੇ ਵੇਲੇ ਜੇਕਰ ਤੂੰ ਆਹ ਲੇਖਾ ਲਿਖਿਆ ਹੋਇਆ ਹੈ, ਗੁਰੂ ਦੇ ਕੋਲੋਂ ਪੁੱਛ ਕੇ, ਤੇ ਫਿਰ ਤੂੰ ਉਸ ਲੇਖੇ ਦੇ ਵਿੱਚੋਂ ਪਾਸ ਹੋ ਜਾਏਗਾ। ਹੁਣ ਧਿਆਨ ਦਿਓ ਸਾਧ ਸੰਗਤ, ਇੱਕ ਛੋਟੀ ਜੀ ਐਗਜ਼ਾਮਪਲ ਆਪਾਂ ਲੈ ਲਈਏ, ਈਜ਼ੀ ਸਮਝ ਪੈ ਜਾਏਗਾ ਕਿ ਇੱਕ ਛੋਟਾ ਬੱਚਾ ਕਹਿ ਲਈਏ, ਚਾਹੇ ਨੌਜਵਾਨ ਕਹਿ ਲਈਏ, ਜਦੋਂ ਸਕੂਲ ਕਾਲਜ ਦੇ ਵਿੱਚ ਪੜ੍ਹਨ ਜਾਂਦਾ ਹੈ, ਟੀਚਰ ਉਸ ਨੂੰ ਜਿਵੇਂ ਪੜ੍ਹਾਉਂਦਾ ਹੈ ਉਸ ਨੂੰ ਉਹ ਫੋਲੋ ਕਰਦਾ ਹੈ। ਜਿਹੜਾ ਲੈਸਨ ਟੀਚਰ ਨੇ ਸਮਝਾਇਆ ਹੈ ਜਾਂ ਪੜ੍ਹਾਇਆ ਹੈ, ਉਸ ਲੈਸਨ ਨੂੰ ਸਟੂਡੈਂਟ ਨੇ ਬੜੇ ਧਿਆਨ ਦੇ ਨਾਲ ਲਿਖਿਆ ਹੈ, ਪੜ੍ਹਿਆ ਹੈ, ਸਮਝਿਆ ਹੈ। ਤੇ ਜਦੋਂ ਹੁਣ ਐਗਜ਼ਾਮ ਦਾ ਸਮਾਂ ਆਏਗਾ, ਜਿਸ ਸਟੂਡੈਂਟ ਨੇ ਆਪਣੇ ਟੀਚਰ ਨੂੰ ਫੋਲੋ ਕੀਤਾ ਹੈ, ਉਹਦੀਆਂ ਇੰਸਟਰਕਸ਼ਨਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਫੋਲੋ ਕੀਤਾ ਹੋਇਆ ਹੈ, ਉਹ ਉਸ ਪੜ੍ਹੇ ਹੋਏ ਨੂੰ ਐਗਜ਼ਾਮ ਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਲਿਖ ਲਏਗਾ। ਤੇ ਜਿਸ ਨੇ ਲਿਖ ਲਿਆ ਉਹ ਐਗਜ਼ਾਮ ਦੇ ਵਿੱਚੋਂ ਪਾਸ ਵੀ ਹੋਏਗਾ। ਤੇ ਜਿਹੜਾ ਪਾਸ ਹੋ ਗਿਆ ਉਹ ਨੈਚੁਰਲੀ ਹੈ ਕਿ ਉਹਨੂੰ ਪ੍ਰਮੋਟ ਵੀ ਕੀਤਾ ਜਾਏਗਾ, ਅਗਲੀ ਕਲਾਸ ਦੇ ਵਿੱਚ ਚਲਾ ਜਾਏਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਭਲਿਆ ਜਦੋਂ ਤੂੰ ਇਹ ਆਤਮਿਕ ਜੀਵਨ ਵਾਲਾ ਲੇਖਾ ਗੁਰੂ ਦੇ ਕੋਲੋਂ ਪੁੱਛ ਕੇ ਲਿਖਣਾ ਸ਼ੁਰੂ ਕਰ ਦਿੱਤਾ, ਗੁਰੂ ਦੇ ਕੋਲ ਆਣ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ, ਫਿਰ ਗੁਰੂ ਤੈਨੂੰ ਦੱਸੇਗਾ ਕਿ ਲਿਖਣਾ ਕੀ ਹੈ ਤੇ ਕਿਸ ਤਰ੍ਹਾਂ ਲਿਖਣਾ ਹੈ। ਜਦੋਂ ਤੈਨੂੰ ਲਿਖਣ ਦੀ ਜਾਚ ਆ ਗਈ, ਫਿਰ ਗੁਰੂ ਸਾਹਿਬ ਕਹਿੰਦੇ ਨੇ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਉੱਥੇ ਤੂੰ ਫਿਰ ਉਸ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਏਗਾ। ਇਸੇ ਗੱਲ ਨੂੰ ਜਿਹੜੀ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਸ਼ਬਦ ਦੇ ਵਿੱਚ ਕਿ ਤੂੰ ਪ੍ਰਵਾਨ ਹੋ ਜਾਏਗਾ, ਇਸੇ ਗੱਲ ਨੂੰ ਹੀ ਜਪਜੀ ਸਾਹਿਬ ਦੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਇਸ ਤਰੀਕੇ ਦੇ ਨਾਲ ਲਿਖਦੇ ਨੇ। ਕਹਿੰਦੇ ਜਿਨੀ ਨਾਮ ਧਿਆਇਆ, ਗੁਰੂ ਨਾਨਕ ਸਾਹਿਬ ਪਾਂਧਾ ਜੀ ਨੂੰ ਕਹਿੰਦੇ ਪਏ ਨੇ ਲਿਖ ਨਾਮ ਸਾਲਾ ਲਿਖ, ਲਿਖ ਅੰਤ ਨਾ ਪਾਰਾਵਾਰ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰ, ਉਹਦੇ ਨਾਮ ਨੂੰ ਲਿਖ ਜਿਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਜਦੋਂ ਉਹਦਾ ਨਾਮ ਤੇ ਉਹਦੀ ਸਲਾਹ ਤੇਰੇ ਜੀਵਨ ਦੇ ਵਿੱਚ ਆ ਜਾਏਗੀ, ਉਹਦੀ ਸਿਫਤ ਕਰਨੀ ਸ਼ੁਰੂ ਕਰ ਦੇਂਗਾ, ਫਿਰ ਕੀ ਹੋਏਗਾ? ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਸ ਮਾਲਕ ਦੀ ਦਰਗਾਹ ਦੇ ਵਿੱਚ ਤੂੰ ਮੁਖ ਉਜਲਾ ਲੈ ਕੇ ਜਾਏਗਾ। ਇਹਦਾ ਭਾਵ ਇਹ ਹੈ ਕਿ ਤੇਰਾ ਲੇਖਾ ਨਿਬੜ ਜਾਏਗਾ, ਤੂੰ ਸਫਲਾ ਹੋ ਜਾਏਗਾ, ਤੇਰਾ ਆਤਮਿਕ ਜੀਵਨ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ। ਤੈਨੂੰ ਉਸ ਲੇਖੇ ਦੇ ਵਿੱਚੋਂ, ਉਸ ਹਿਸਾਬ ਦੇ ਵਿੱਚੋਂ ਫੇਲ ਨਹੀਂ ਹੋਣਾ ਪਏਗਾ, ਤੂੰ ਉਸ ਮਾਲਕ ਦੇ ਵਿੱਚ ਮਰਜ ਹੋ ਜਾਏਗਾ। ਤੇ ਗੁਰੂ ਨਾਨਕ ਸਾਹਿਬ ਨੇ ਇਹ ਪੱਟੀ ਬਾਣੀ ਦੇ ਰਾਹੀਂ ਉਸ ਪਾਂਧਾ ਜੀ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਪਾਂਧਾ ਜੀ, ਜਿੱਥੇ ਸੰਸਾਰ ਦਾ ਗਿਆਨ ਜੀਵਨ ਵਾਸਤੇ ਜ਼ਰੂਰੀ ਹੈ, ਉੱਥੇ ਆਤਮਿਕ ਗਿਆਨ ਦੀ ਵੀ ਬੇਹੱਦ ਜ਼ਰੂਰਤ ਹੈ। ਸੰਸਾਰ ਦਾ ਗਿਆਨ ਕਿਸੇ ਦੇ ਕੋਲ ਹੋਵੇ ਚਾਹੇ ਨਾ ਹੋਏ ਚੱਲ ਜਾਏਗਾ, ਉਹਦਾ ਜੀਵਨ ਦਾ ਗੁਜ਼ਾਰਾ ਜਿਹੜਾ ਨਾ ਫਿਰ ਵੀ ਹੋ ਸਕਦਾ ਹੈ। ਪਰ ਜਿਸ ਦੇ ਕੋਲ ਆਤਮਿਕ ਗਿਆਨ ਨਹੀਂ, ਜਿਹੜਾ ਆਤਮਿਕ ਤੌਰ ਤੇ ਉਸ ਮਾਲਕ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਉਹ ਇਨਸਾਨ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਫਲ ਨਹੀਂ ਜੀ ਹੋ ਸਕਦਾ। ਉਸ ਇਨਸਾਨ ਨੂੰ ਉਸ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਨਹੀਂ ਜੇ ਮਿਲ ਸਕਦੀ ਜਿਸ ਇਨਸਾਨ ਦੇ ਕੋਲ ਇਹ ਆਤਮਿਕ ਜੀਵਨ ਦੇਣ ਵਾਲਾ ਗਿਆਨ ਨਾ ਹੋਏ। ਤੇ ਜਦੋਂ ਇਹ ਉਪਦੇਸ਼ ਗੋਪਾਲ ਪੰਡਤ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਨਾ, ਤੇ ਉਹ ਬੜਾ ਹੈਰਾਨ ਹੋਇਆ। ਤੇ ਜਿਹੜੀਆਂ ਗੱਲਾਂ ਪੰਡਤ ਹਰਦਿਆਲ ਨੇ ਉਸ ਸਮੇਂ ਗੱਲਬਾਤ ਕਰਦਿਆਂ ਕਹੀਆਂ ਸੀ, ਜਿਹੜੇ ਸਾਇੰਸ ਦੱਸੇ ਸੀ ਗੁਰੂ ਨਾਨਕ ਸਾਹਿਬ ਦੇ ਬਾਰੇ, ਉਹ ਸਾਰੀਆਂ ਗੱਲਾਂ ਹੁਣ ਸੱਚ ਹੁੰਦੀਆਂ ਪਈਆਂ ਨੇ। ਹੁਣ ਸਾਰੀਆਂ ਗੱਲਾਂ ਸੱਚ ਹੋ ਰਹੀਆਂ ਨੇ। ਤੇ ਕਦੇ ਕਦੇ ਜਦੋਂ ਪੰਡਿਤ ਗੋਪਾਲ ਜੀ ਕਲਾਸ ਦੇ ਵਿੱਚੋਂ ਬਾਹਰ ਜਾਂਦੇ ਸੀ ਤੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਪਰਮਾਤਮਾ ਦੀ ਬੰਦਗੀ ਕਰਦੇ ਪਏ ਨੇ, ਆਪ ਜਪਦੇ ਪਏ ਨੇ ਤੇ ਹੋਰਾਂ ਨੂੰ ਵੀ, ਬੱਚਿਆਂ ਨੂੰ ਵੀ ਜਪਾਉਂਦੇ ਪਏ ਨੇ।
ਤੇ ਜਦੋਂ ਕੋਈ ਬੱਚਾ ਆਣ ਕੇ ਪੰਡਿਤ ਜੀ ਨੂੰ ਦੱਸਦਾ ਕਿ ਗੁਰੂ ਨਾਨਕ ਜੀ ਇਦਾਂ ਕਰਦੇ ਪਏ ਨੇ, ਤਾਂ ਉਹ ਝਿੜਕ ਕੇ ਚੁੱਪ ਕਰਾ ਦਿੰਦਾ ਸੀ। ਪਰ ਹੁਣ ਉਹ ਸਾਰੀਆਂ ਗੱਲਾਂ ਯਾਦ ਆਉਂਦੀਆਂ ਪਈਆਂ ਨੇ, ਤੇ ਹੁਣ ਵਿਸ਼ਵਾਸ ਹੋਇਆ ਕਿ ਵਾਕਿਆ ਹੀ ਜਿਹੜੀ ਗੱਲ ਪੰਡਿਤ ਹਰਦਿਆਲ ਜੀ ਨੇ ਕਹੀ ਹੈ ਉਹ ਗੱਲ ਜ਼ਰੂਰ ਸੱਚੀ ਹੋਏਗੀ। ਇਹ ਬਾਲਕ ਨਾਨਕ, ਜਿਸ ਨੂੰ ਮੈਂ ਹੁਣ ਤੱਕ ਇੱਕ ਬੱਚਾ ਹੀ ਸਮਝਦਾ ਰਿਹਾ, ਇਹ ਗੁਰੂ ਨਾਨਕ ਜਿਹੜਾ ਹੈ ਨਾ, ਸੰਸਾਰ ਦੇ ਦੁੱਖਾਂ ਨੂੰ ਹਰੇਗਾ, ਸੰਸਾਰ ਦੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਕਰਦਿਆਂ ਹੋਇਆਂ ਉਸ ਮਾਲਕ ਦੇ ਨਾਲ ਜ਼ਰੂਰ ਜੋੜੇਗਾ। ਤੇ ਜਿਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਉਹਦਾ ਜੀਵਨ ਜ਼ਰੂਰ ਸਫਲ ਹੋਏਗਾ, ਕਿਉਂਕਿ ਉਹ ਆਪਣੇ ਲੇਖੇ ਦੇ ਵਿੱਚੋਂ ਸਫਲ ਹੋ ਜਾਏਗਾ। ਸੋ ਸਾਧ ਸੰਗਤ, ਇਹ ਜਿਹੜੀ ਬਾਣੀ ਜਿਸ ਦੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨੀ ਹੈ, ਇਹਦੀ ਇਹ ਬੈਕਗਰਾਉਂਡ ਹੈ ਕਿ ਕਿਸ ਸਿਚੁਏਸ਼ਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਨੂੰ ਕਿਸ ਪਰਥਾਏ ਉਚਾਰਿਆ ਹੈ। ਹੁਣ ਯਾਦ ਰਹੇ, ਇਹ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਲਵੰਡੀ ਦੀ ਧਰਤੀ ਦੇ ਉੱਤੇ 7 ਸਾਲ ਦੀ ਉਮਰ ਹੈ ਜੀ, ਜਦੋਂ ਪਿਤਾ ਜੀ ਨੇ ਪੜ੍ਹਨ ਵਾਸਤੇ ਗੋਪਾਲ ਪਾਂਧਾ ਜੀ ਦੇ ਕੋਲ ਭੇਜਿਆ ਹੈ, ਤੇ ਉੱਥੇ ਪੜ੍ਹਦਿਆਂ ਹੋਇਆਂ ਪੰਡਿਤ ਗੋਪਾਲ ਜੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਤੇ ਸਮਝਾਇਆ ਇਸ ਬਾਣੀ ਦੇ ਰਾਹੀਂ, ਕੱਲੇ ਕੱਲੇ ਅੱਖਰ ਦੇ ਰਾਹੀਂ ਸਮਝਾਇਆ ਹੈ ਕਿ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਤੇ ਯਾਦ ਰਹੇ, ਇਹ ਬਾਣੀ ਜਿਹੜੀ ਹੈ ਨਾ, ਹਰ ਇੱਕ ਗੁਰਮੁਖੀ ਦਾ ਜਿਹੜਾ ਅੱਖਰ ਹੈ, ਉਹਨਾਂ ਅੱਖਰਾਂ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਤੇ ਇਸ ਬਾਣੀ ਦੀ ਜਦੋਂ ਸਟਾਰਟਿੰਗ ਹੁੰਦੀ ਹੈ ਤੇ ਉਦੋਂ ਸੱਸੇ ਅੱਖਰ ਤੋਂ ਹੁੰਦੀ ਹੈ, ਪਰ ਹੁਣ ਜਿਹੜਾ ਮੌਜੂਦਾ ਰੂਪ ਹੈ ਨਾ ਗੁਰਮੁਖੀ ਦਾ, ਉਹ ਊੜਾ ਹੈ, ਊੜੇ ਤੋਂ ਸਟਾਰਟਿੰਗ ਹੈ। ਪਰ ਇਹ ਬਾਣੀ ਦੀ ਸਟਾਰਟਿੰਗ ਜਿਹੜੀ ਹੈ ਸੱਸੇ ਅੱਖਰ ਤੋਂ ਹੋ ਰਹੀ ਹੈ। ਇਹਦਾ ਰੀਜ਼ਨ ਇਹ ਹੈ, ਵਿਦਵਾਨ ਮੰਨਦੇ ਨੇ ਕਿ ਗੁਰਮੁਖੀ ਦੀ ਜਿਹੜਾ ਮੌਜੂਦਾ ਰੂਪ ਹੈ, ਇਸ ਗੁਰਮੁਖੀ ਦੇ ਮੌਜੂਦਾ ਰੂਪ ਨੂੰ ਬਣਾਉਣ ਵਾਲੇ ਗੁਰੂ ਅੰਗਦ ਸਾਹਿਬ ਨੇ, ਬਣਾਉਣ ਵਾਲੇ ਜਿਹੜਾ ਮੌਜੂਦਾ ਰੂਪ ਹੈ, ਇਸ ਨੂੰ ਸਿਸਟਮ ਦੇ ਵਿੱਚ ਇੱਕ ਲਾਈਨ ਦੇ ਵਿੱਚ ਲੈ ਕੇ ਆਉਣ ਵਾਲੇ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ। ਪਰ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਬਾਣੀ ਇਹਨਾਂ ਅੱਖਰਾਂ ਦੇ ਰਾਹੀਂ ਉਚਾਰਨ ਕੀਤੀ ਹੈ, ਉਸ ਟਾਈਮ ਤੇ ਇਹ ਅੱਖਰ ਇਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਅੱਜ ਆਪਾਂ ਪੜ੍ਹਦੇ ਹਾਂ। ਉਦੋਂ ਇਹ ਅੱਖਰ ਉਸੇ ਤਰ੍ਹਾਂ ਹੀ ਯੂਜ਼ ਕੀਤੇ ਜਾਂਦੇ ਸੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਯੂਜ਼ ਕੀਤੇ ਹੋਏ ਨੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਇੱਕ ਤਰਤੀਬ ਦਿੱਤੀ ਹੈ, ਇੱਕ ਲਾਈਨ ਦੇ ਵਿੱਚ ਲੈ ਕੇ ਆਏ ਨੇ, ਊੜੇ ਤੋਂ ਸਟਾਰਟ ਕਰਕੇ ੜਾੜੇ ਤੱਕ ਪਹੁੰਚਦੇ ਨੇ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਬਾਣੀ ਉਚਾਰੀ ਹੈ, ਉਸ ਟਾਈਮ ਤੇ ਇਹਨਾਂ ਅੱਖਰਾਂ ਦੀ ਤਰਤੀਬ ਕੁਝ ਹੋਰ ਹੋਇਆ ਕਰਦੀ ਸੀ। ਇਸੇ ਕਰਕੇ ਹੀ ਜਿਹੜਾ ਬਾਣੀ ਦਾ ਪਹਿਲਾ ਅੱਖਰ ਗੁਰੂ ਸਾਹਿਬ ਨੇ ਯੂਜ਼ ਕੀਤਾ ਹੈ, ਉਹ ਸੱਸਾ ਹੈ। ਸੋ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਇਸ ਬਾਣੀ ਨੂੰ ਸਮਝਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਦੇ ਰਾਹੀਂ ਅਸਾਂ ਜੀਵਾਂ ਦੇ ਲਈ ਕੀ ਉਪਦੇਸ਼ ਸਾਡੀ ਝੋਲੀ ਦੇ ਵਿੱਚ ਪਾਇਆ ਹੈ, ਤੇ ਜਿਹੜਾ ਉਸ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰਦਾ ਹੈਗਾ, ਸਤਿਗੁਰੂ ਜੀ ਕਹਿੰਦੇ ਉਹਦਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਹੋ ਜਾਏਗਾ। ਤੇ ਸਾਧ ਸੰਗਤ, ਬੇਨਤੀ ਕਰਾਂ ਕਿ ਇਹ ਬੜਾ ਈਜ਼ੀ ਹੋ ਜਾਏਗਾ ਸਾਡੇ ਲਈ ਜੇਕਰ ਆਪਾਂ ਗੁਰੂ ਘਰ ਆਉਣ ਤੋਂ ਪਹਿਲਾਂ ਇਸ ਬਾਣੀ ਦਾ ਥੋੜਾ ਜਿਹਾ ਪਾਠ ਕਰ ਲਿਆ ਕਰੀਏ। ਜਿੱਥੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਜਿੱਥੇ ਆਪਾਂ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਉੱਥੇ ਜੇਕਰ ਇਸ ਬਾਣੀ ਦਾ ਵੀ ਥੋੜਾ ਜਿਹਾ ਪਾਠ ਕਰਕੇ ਆਇਆ ਕਰੀਏ ਨਾ, ਚਲੋ ਸਾਰਾ ਨਹੀਂ ਤੇ ਕੁਝ ਕੁ ਪਹਿਲੇ 4-5 ਬੰਦ ਜਿਹੜੇ ਨੇ ਉਹੀ ਪੜ੍ਹ ਕੇ ਆ ਜਾਇਆ ਕਰੀਏ। ਤੇ ਇਹਦੇ ਨਾਲ ਕੀ ਹੋਏਗਾ, ਇੱਕ ਤਾਂ ਆਪਾਂ ਪੜਾਂਗੇ, ਇੱਕ ਤਾਂ ਬਾਣੀ ਦੇ ਲਫ਼ਜ਼ ਜਿਹੜੇ ਨੇ ਸਾਡੀ ਜ਼ੁਬਾਨ ਤੇ ਚੜ੍ਹਨਗੇ, ਦੂਜਾ ਥੋੜਾ ਜਿਹਾ ਉਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਜੇ ਪੜ੍ਹਦਾ ਪਿਆ ਵਾਂ ਮੈਂ, ਤੇ ਨੈਚੁਰਲੀ ਇਹ ਮੇਰੇ ਮਨ ਦੇ ਵਿੱਚ ਹੋਏਗਾ ਕਿ ਮੈਂ ਇਹਦੇ ਮੀਨਿੰਗ ਵੀ ਦੇਖਾਂ ਕਿ ਇਹਦੇ ਵਿੱਚ ਇਹਦਾ ਅਰਥ ਕੀ ਬਣਦਾ ਹੈ। ਕਿਉਂਕਿ ਵਰਡ ਮੀਨਿੰਗ ਸਾਡੀ ਜਿਹੜੀ ਟਰਾਂਸਲੇਸ਼ਨ ਹੈ ਇੰਗਲਿਸ਼ ਦੇ ਵਿੱਚ, ਉਹਦੇ ਵਿੱਚ ਤੁਸੀਂ ਵਰਡ ਮੀਨਿੰਗ ਪੜ੍ਹ ਸਕਦੇ ਹੋ। ਗੁਰਮੁਖੀ ਦੇ ਵਿੱਚ, ਪੰਜਾਬੀ ਦੇ ਵਿੱਚ ਵੀ ਇਹਦੇ ਮੀਨਿੰਗ ਮਿਲਦੇ ਨੇ। ਜਦੋਂ ਆਪਾਂ ਬਾਣੀ ਪੜ੍ਹਾਂਗੇ, ਹੋ ਸਕਦਾ ਹੈ ਕਿ ਮਨ ਦੇ ਵਿੱਚ ਇਹ ਵੀ ਖਿਆਲ ਆ ਜਾਏ ਕਿ ਮੈਂ ਇਹਦੇ ਮੀਨਿੰਗ ਵੀ ਪੜ੍ਹ ਕੇ ਜਾਵਾਂ, ਤੇ ਜਦੋਂ ਮੀਨਿੰਗ ਪੜ੍ਹ ਕੇ ਆਵਾਂਗਾ, ਬਾਣੀ ਨੂੰ ਪੜ੍ਹ ਕੇ ਆਵਾਂਗਾ, ਤੇ ਜਦੋਂ ਵਿਚਾਰ ਹੋਏਗੀ ਤੇ ਇਸ ਬਾਣੀ ਨੂੰ ਸਮਝਣਾ ਹੋਰ ਵੀ ਸਾਡੇ ਵਾਸਤੇ ਸੁਖਾਲਾ, ਹੋਰ ਵੀ ਈਜ਼ੀ ਹੋ ਜਾਏਗਾ, ਮੱਚ ਈਜ਼ੀਅਰ ਹੋ ਜਾਏਗਾ ਸਮਝਣਾ। ਤੇ ਜੇ ਹੋ ਸਕੇ ਤੇ ਇਹ ਉਪਰਾਲਾ ਜ਼ਰੂਰ ਕਰਨਾ। ਸਤਿਗੁਰੂ ਜੀ ਕਿਰਪਾ ਕਰਨ, ਆਪ ਹੀ ਮਹਿਰਮਤ ਕਰਕੇ ਆਪਣੀ ਇਸ ਪਾਵਨ ਬਾਣੀ ਦੀ ਵਿਚਾਰ ਕਰਵਾ ਲੈਣ। ਆਉਣ ਵਾਲੇ ਦੀਵਾਨਾਂ ਦੇ ਵਿੱਚ ਸਾਧ ਸੰਗਤ ਆਪ ਸਰਬੱਤ ਸੰਗਤ ਨਾਲ ਵਿਚਾਰ ਸਾਂਝੀ ਕਰਾਂਗਾ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।